myself Dr. Jeevant Kaur from the Department of History. Dear students, ਅੱਜ ਦੇ ਲੈਕਚਰ ਵਿੱਚ ਅਸੀਂ MA ਸੈਕੰਡ ਈਅਰ ਦੇ 3rd ਸਮੈਸਟਰ ਦੇ ਸੈਕਸ਼ਨ A ਦੇ ਪਹਿਲੇ ਟੌਪਿਕ ਬਾਰੇ ਬਰੀਫ ਡਿਸਕਸ਼ਨ ਕਰਨੀ ਹੈ। ਤੁਹਾਡਾ ਪਹਿਲਾ ਟੌਪਿਕ ਜਾਂ ਪਹਿਲਾ ਚੈਪਟਰ ਹੈ ਪ੍ਰਿੰਸੀਪਲ ਸੋਰਸਿਸ ਫॉर द ਸਟੱਡੀ ਆਫ ਰਣਜੀਤ ਸਿੰਘ ਰਾਈਮ। ਰਣਜੀਤ ਸਿੰਘ ਦੇ ਸਮੇਂ ਦੇ ਅਧਿਐਨ ਨਾਲ ਸੰਬੰਧਿਤ ਮੁੱਖ ਸਰੋਤ। ਅਸੀਂ ਸਿਰਫ ਸੋਰਸਿਸ ਦੀਆਂ ਟਾਈਪਸ ਹੀ ਡਿਸਕਸ ਕਰਨੀਆਂ ਹਨ। ਰਣਜੀਤ ਸਿੰਘ ਨਾਲ ਉਪਲਬਧ ਸੋਰਸਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨਾਲ ਸੰਬੰਧਿਤ ਸੋਰਸਿਸ ਜਾਂ ਸੋਮਿਆਂ ਵਿੱਚ ਇਤਿਹਾਸ ਅਤੇ ਮਿਥਿਹਾਸ ਦਾ ਮਿਸ਼ਰਣ ਹੈ। ਇਤਿਹਾਸ ਤੋਂ ਭਾਵ ਸੋਰਸਿਸ ਜਾਂ ਸੋਮਿਆਂ ਦੇ ਬਹੁਤੇ ਲੇਖਕ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਸਨ ਜਾਂ ਉਹਨਾਂ ਦੀਆਂ ਲਿਖਤਾਂ ਮੁੱਢਲੀ ਜਾਣਕਾਰੀ 'ਤੇ ਆਧਾਰਿਤ ਸਨ। ਮਿਥਿਹਾਸ ਤੋਂ ਭਾਵ ਹੈ ਕਿ ਹਰ ਇੱਕ ਲੇਖਕ ਨੇ ਆਪਣੀਆਂ ਲਿਖਤਾਂ ਨੂੰ ਨਿੱਜੀ ਵਿਚਾਰਾਂ ਜਾਂ ਧਰਮ ਨਾਲ ਵੀ ਜੋੜਿਆ। ਭਾਵੇਂ ਰਣਜੀਤ ਸਿੰਘ ਨਾਲ ਸੰਬੰਧਿਤ ਸੋਮਿਆਂ ਵਿੱਚ ਇਤਿਹਾਸਕ ਤੱਤ ਲੱਭਣੇ ਮੁਸ਼ਕਿਲ ਹਨ, ਫਿਰ ਵੀ ਇਹ ਸੋਮੇ ਕਿਸੇ ਨਾ ਕਿਸੇ ਰੂਪ ਵਿੱਚ ਰਣਜੀਤ ਸਿੰਘ ਦੇ ਸਮੇਂ ਬਾਰੇ ਚਾਨਣਾ ਪਾਉਂਦੇ ਹਨ। ਰਣਜੀਤ ਸਿੰਘ ਦੇ ਸਮੇਂ ਬਾਰੇ ਫਰਸਟ ਟਾਈਪ ਸੋਰਸਿਸ ਦੀ ਹੈ ਹਿਸਟੋਰੀਕਲ ਵਰਕਸ ਇਨ ਪਰਸ਼ੀਅਨ, ਫਾਰਸੀ ਦੇ ਇਤਿਹਾਸਕ ਗ੍ਰੰਥ। ਪਰਸ਼ੀਅਨ ਸੋਰਸਿਸ ਜਾਂ ਫਾਰਸੀ ਲਿਖਤਾਂ ਦੇ ਲੇਖਕ ਰਣਜੀਤ ਸਿੰਘ ਦੇ ਸਮਕਾਲੀ ਵੀ ਸਨ ਜਾਂ ਬਹੁਤਿਆਂ ਨੇ ਰਣਜੀਤ ਸਿੰਘ ਨੂੰ ਨੇੜਿਓਂ ਜਾਣਿਆ, ਸੋ ਉਹਨਾਂ ਦੇ ਇਹ ਸਰੋਤ ਜਾਂ ਸੋਮੇ ਰਣਜੀਤ ਸਿੰਘ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ। ਸੋਰਸਿਸ ਦੀ ਸੈਕੰਡ ਟਾਈਪ ਹੈ ਖਾਲਸਾ ਦਰਬਾਰ ਰਿਕਾਰਡ। ਰਣਜੀਤ ਸਿੰਘ ਦੇ ਰਾਜਕਾਲ ਦੇ ਸਮੇਂ ਦਾ ਸਰਕਾਰੀ ਰਿਕਾਰਡ ਫਾਰਸੀ ਭਾਸ਼ਾ ਵਿੱਚ ਰੱਖਿਆ ਜਾਂਦਾ ਸੀ, ਜਿਸ ਨੂੰ ਖਾਲਸਾ ਦਰਬਾਰ ਰਿਕਾਰਡ ਆਖਿਆ ਜਾਂਦਾ ਹੈ। ਸੋਰਸਿਸ ਦੀ ਥਰਡ ਟਾਈਪ ਹੈ ਬ੍ਰਿਟਿਸ਼ ਸੋਰਸਿਸ ਰਿਕਾਰਡਸ ਆਫ ਬ੍ਰਿਟਿਸ਼ ਇੰਡੀਅਨ ਗਵਰਨਮੈਂਟ। ਅੰਗਰੇਜ਼ੀ ਸੋਮੇ ਬ੍ਰਿਟਿਸ਼ ਭਾਰਤੀ ਸਰਕਾਰ ਦਾ ਰਿਕਾਰਡ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸ਼ੁਰੂ ਹੋਣ ਤੋਂ ਲੈ ਕੇ ਸਿੱਖ ਰਾਜ ਦੇ ਪਤਨ ਤੱਕ ਦੇ ਇਤਿਹਾਸ ਲਿਖਣ ਲਈ ਬ੍ਰਿਟਿਸ਼ ਭਾਰਤੀ ਸਰਕਾਰ ਦਾ ਰਿਕਾਰਡ ਬਹੁਤ ਹੀ ਮਹੱਤਵਪੂਰਨ ਸੋਮਾ ਹੈ, ਜਿਸ ਨੂੰ ਭਾਰਤ ਦੇ ਰਾਸ਼ਟਰੀ ਪੁਰਾਲੇਖ ਵਿਭਾਗ ਵਿੱਚ ਵੱਖ-ਵੱਖ ਸਿਰਲੇਖਾਂ ਦੇ ਅਧੀਨ ਰੱਖਿਆ ਗਿਆ ਹੈ, ਜਿਵੇਂ ਕਿ ਫੋਰਨ ਮਿਸਲੇਨੀਅਸ ਐਂਡ ਫੋਰਨ ਸੀਕ੍ਰੇਟ ਪ੍ਰੋਸੀਡਿੰਗਸ, ਫੋਰਨ ਪੋਲੀਟੀਕਲ ਪ੍ਰੋਸੀਡਿੰਗਸ, ਫੋਰਨ ਪੋਲੀਟੀਕਲ ਕੰਸਲਟੇਸ਼ਨਸ। ਸੋਰਸਿਸ ਦੀ ਫੋਰਥ ਟਾਈਪ ਹੈ ਅਕਾਊਂਟ ਆਫ ਫੋਰਨ ਟਰੈਵਲਰਸ ਐਂਡ ਅਦਰ ਹਿਸਟੋਰੀਕਲ ਵਰਕਸ ਇਨ ਇੰਗਲਿਸ਼। ਵਿਦੇਸ਼ੀ ਯਾਤਰੀਆਂ ਦਾ ਬਿਰਤਾਂਤ ਤੇ ਅੰਗਰੇਜ਼ੀ ਦੇ ਹੋਰ ਇਤਿਹਾਸਕ ਗ੍ਰੰਥ। ਬਹੁਤ ਸਾਰੇ ਵਿਦੇਸ਼ੀ ਯਾਤਰੀ 18ਵੀਂ ਸਦੀ ਦੇ ਅਖੀਰਲੇ ਦਹਾਕੇ ਅਤੇ 19ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਆਏ। ਉਹਨਾਂ ਨੇ ਪੰਜਾਬ ਵਿੱਚ ਜੋ ਕੁਝ ਦੇਖਿਆ, ਮਹਿਸੂਸ ਕੀਤਾ ਜਾਂ ਅਨੁਭਵ ਕੀਤਾ, ਉਸ ਨੂੰ ਆਪਣੇ ਗ੍ਰੰਥਾਂ ਵਿੱਚ ਲਿਖ ਦਿੱਤਾ, ਜੋ ਸਾਡੇ ਲਈ ਮਹੱਤਵਪੂਰਨ ਸੋਮਿਆਂ ਵਜੋਂ ਉਪਲਬਧ ਹਨ। ਉਹਨਾਂ ਤੋਂ ਇਲਾਵਾ 19ਵੀਂ ਸਦੀ ਵਿੱਚ ਬ੍ਰਿਟਿਸ਼ ਆਫੀਸ਼ੀਅਲਸ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਨੇੜੇ ਦਾ ਸੰਬੰਧ ਰਿਹਾ। ਉਹਨਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਬਾਰੇ ਕਈ ਤਰ੍ਹਾਂ ਦੇ ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਨੂੰ ਅੰਗਰੇਜ਼ੀ ਦੇ ਇਤਿਹਾਸਕ ਗ੍ਰੰਥਾਂ ਵਜੋਂ ਜਾਣਿਆ ਜਾਂਦਾ ਹੈ, ਤੇ ਰਣਜੀਤ ਸਿੰਘ ਦੇ ਰਾਜਕਾਲ ਬਾਰੇ ਉਹ ਵੀ ਗ੍ਰੰਥ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ। ਸੋਰਸਿਸ ਦੀ ਫਿਫਥ ਟਾਈਪ ਹੈ ਪੋਸਟ ਇੰਡੀਪੈਂਡੈਂਸ ਵਰਕ ਅਬਾਊਟ ਰਣਜੀਤ ਸਿੰਘ। ਆਜ਼ਾਦੀ ਤੋਂ ਪਿੱਛੋਂ ਰਣਜੀਤ ਸਿੰਘ ਬਾਰੇ ਲਿਖੀਆਂ ਪੁਸਤਕਾਂ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ 1947 ਵਿੱਚ ਭਾਰਤ ਨੂੰ ਸੁਤੰਤਰਤਾ ਪ੍ਰਾਪਤ ਹੋ ਗਈ। ਕਾਫੀ ਸਾਰੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਔਰ ਯੂਨੀਵਰਸਿਟੀਜ਼ ਦੀ ਸਥਾਪਨਾ ਕੀਤੀ ਗਈ। ਪੰਜਾਬ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਗਈ। ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਖੋਜ ਵਿਭਾਗਾਂ ਦੀ ਸਥਾਪਨਾ ਕੀਤੀ ਗਈ, ਜਿੱਥੋਂ ਦੇ ਵਿਦਵਾਨਾਂ ਨੇ ਰਣਜੀਤ ਸਿੰਘ ਬਾਰੇ ਖੋਜਾਂ ਕੀਤੀਆਂ ਅਤੇ ਕਈ ਗ੍ਰੰਥਾਂ ਦੀ ਰਚਨਾ ਕੀਤੀ। ਸੋ ਇਹ ਗ੍ਰੰਥ ਵੀ ਸਾਨੂੰ ਰਣਜੀਤ ਸਿੰਘ ਦੇ ਸਮੇਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ। ਇਹਨਾਂ ਤੋਂ ਬਾਅਦ ਵੀ ਇਹਨਾਂ ਇੰਟੈਲੈਕਚੁਅਲਸ ਦੇ ਫਾਲੋਅਰਸ ਨੇ ਹੋਰ ਵੀ ਰਣਜੀਤ ਸਿੰਘ ਬਾਰੇ ਖੋਜਾਂ ਕੀਤੀਆਂ, ਜੋ ਸਾਨੂੰ ਪੁਸਤਕਾਂ ਦੇ ਰੂਪ ਵਿੱਚ ਉਪਲਬਧ ਹਨ ਤੇ ਰਣਜੀਤ ਸਿੰਘ ਦੇ ਸਮੇਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ। ਸੋ ਇਸ ਤਰੀਕੇ ਦੇ ਨਾਲ ਰਣਜੀਤ ਸਿੰਘ ਦੇ ਰਾਜਕਾਲ ਬਾਰੇ ਕਈ ਤਰ੍ਹਾਂ ਦੇ ਸੋਮੇ ਉਪਲਬਧ ਹਨ, ਜੋ ਉਸ ਦੇ ਸਮਕਾਲੀ ਸਮੇਂ ਬਾਰੇ ਮਹੱਤਵਪੂਰਨ ਚਾਨਣਾ ਪਾਉਂਦੇ ਹਨ, ਅਤੇ ਇਹਨਾਂ ਸੋਰਸਿਸ ਦੀ ਡਿਟੇਲ ਵਿੱਚ ਸਟੱਡੀ ਅਸੀਂ ਆਉਣ ਵਾਲੇ ਲੈਕਚਰ ਵਿੱਚ ਕਰਾਂਗੇ।
ਥੈਂਕ ਯੂ।